ਹੈਲੋ ਸਟੂਡੈਂਟਸ, ਜਿਵੇਂ ਕਿ ਅਸੀਂ ਰੋਲਟਸ ਦਾ ਨੂਮੈਰੀਕਲ ਕਰ ਰਹੇ ਸੀ। ਸੋ ਫਸਟ ਨੂਮੈਰੀਕਲ ਦੇ ਵਿੱਚ ਕੀ ਸੀਗਾ, ਇੱਕੋ ਹੀ ਕੰਪੋਨੈਂਟ ਦੇ ਬਾਰੇ ਵੇਪਰ ਪ੍ਰੈਸ਼ਰ ਜੋ ਫਾਈਂਡ ਆਊਟ ਕਰਨ ਲਈ ਪੁੱਛਿਆ ਹੋਇਆ ਸੀ। ਨਾਓ ਹੁਣ ਅਸੀਂ ਕਰਾਂਗੇ ਸੈਕਿੰਡ ਨੂਮੈਰੀਕਲ। ਇਸ ਨੂਮੈਰੀਕਲ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋਗੇ, ਐਟ 293 ਕੈਲਵਿਨ ethyl acetate has vapor pressure 72.8 torr and ethyl propanoate has vapor pressure 27.7 torr. Assuming their mixture to obey Raoult's law, ਇਹਦਾ ਮਤਲਬ ਕੀ ਹੈ ਕਿ A ਕੰਪੋਨੈਂਟ ਇਥਾਈਲ ਐਸੀਟੇਟ ਹੋ ਗਿਆ ਔਰ B ਕੰਪੋਨੈਂਟ ਅਸੀਂ ਕਹਿ ਦਾਂਗੇ ਇਥਾਈਲ ਪ੍ਰੋਪੇਨੋਏਟ ਹੋ ਗਿਆ। ਦੋਨਾਂ ਦੇ ਪਿਓਰ ਸਟੇਟ ਦੇ ਵਿੱਚ ਜਦੋਂ ਅਲੋਨ ਹੈ, ਉਹਨਾਂ ਦੇ ਵੇਪਰ ਪ੍ਰੈਸ਼ਰ ਗਿਵਨ ਹੈ 72.8 ਐਂਡ 27.7। ਔਰ ਜਦੋਂ ਇਹਨਾਂ ਨੂੰ ਆਪਾਂ ਮਿਕਸ ਕਰਾਂਗੇ, ਅਜ਼ਿਊਮ ਕਰਕੇ ਚੱਲ ਰਹੇ ਹਾਂ ਕਿ ਜਦੋਂ ਮਿਕਸ ਕਰਾਂਗੇ ਤਾਂ ਜਿਹੜਾ ਮਿਕਸਚਰ ਬਣੇਗਾ ਉਹ ਰੋਲਟਸ ਲਾ ਓਬੇ ਕਰ ਰਿਹਾ। ਤਾਂ ਇਹਦਾ ਮਤਲਬ ਅਸੀਂ ਨੈਕਸਟ ਕੀ ਪਤਾ ਕਰਾਂਗੇ, ਡਿਟਰਮਿਨ ਦਾ ਵੇਪਰ ਪ੍ਰੈਸ਼ਰ ਆਫ ਮਿਕਸਚਰ। ਹੁਣ ਜੋ ਸਾਨੂੰ ਇਸ ਕੁਐਸਚਨ 'ਚ ਪੁੱਛਿਆ ਹੋਇਆ ਉਹ ਕੀ ਹੈ ਕਿ ਅਸੀਂ ਮਿਕਸਚਰ ਦਾ ਵੇਪਰ ਪ੍ਰੈਸ਼ਰ ਪਤਾ ਕਰਨਾ ਹੈ, ਮਤਲਬ ਟੋਟਲ ਵੇਪਰ ਪ੍ਰੈਸ਼ਰ ਪਤਾ ਕਰਨਾ ਹੈ, ਜਿਹਦੇ 'ਚ ਜਿਸ ਮਿਕਸਚਰ ਦੇ ਵਿੱਚ 25 ਗ੍ਰਾਮ ਇਥਾਈਲ ਐਸੀਟੇਟ ਲਿਆ ਹੋਇਆ ਔਰ 50 ਗ੍ਰਾਮ ਇਥਾਈਲ ਪ੍ਰੋਪੇਨੋਏਟ। 25 ਗ੍ਰਾਮ A ਕੰਪੋਨੈਂਟ ਹੈ, 50 ਗ੍ਰਾਮ B ਕੰਪੋਨੈਂਟ ਹੈ। ਸਾਨੂੰ ਮਾਸਸ ਗਿਵਨ ਹੈ, ਠੀਕ ਹੈ। ਸਾਨੂੰ ਇੱਥੇ ਮੋਲ ਫ੍ਰੈਕਸ਼ਨ ਨਹੀਂ ਦਿੱਤਾ ਹੋਇਆ, ਤਾਂ ਅਸੀਂ ਦੋਨੋਂ ਕੰਪੋਨੈਂਟ ਦੇ ਗਿਵਨ ਮਾਸਸ ਤੋਂ ਕੀ ਪਤਾ ਕਰਾਂਗੇ, ਪਹਿਲਾਂ ਮੋਲ ਫ੍ਰੈਕਸ਼ਨ ਫਾਈਂਡ ਕਰਾਂਗੇ, ਦੈਨ ਉਸ ਤੋਂ ਬਾਅਦ ਰੋਲਟਸ ਲਾ ਲਗਾਵਾਂਗੇ ਔਰ ਫਿਰ ਅਸੀਂ ਟੋਟਲ ਵੇਪਰ ਪ੍ਰੈਸ਼ਰ ਸੋਲਿਊਸ਼ਨ ਦਾ ਜਾਂ ਮਿਕਸਚਰ ਦਾ ਫਾਈਂਡ ਕਰਾਂਗੇ। ਸੋ ਨਾਓ ਕਿਵੇਂ ਕਰਾਂਗੇ ਜੀ, ਦੇਖੋ ਇਥਾਈਲ ਐਸੀਟੇਟ ਦਾ ਪਹਿਲੇ ਫਾਰਮੂਲਾ ਦੇਖ ਲਾਂਗੇ, CH3CO C2H5 ਹੁੰਦਾ। ਇਹਨੂੰ ਅਸੀਂ ਮੰਨ ਲਿਆ ਲੈਟ ਇਟ ਇਜ਼ ਅ ਕੰਪੋਨੈਂਟ A। ਇਥਾਈਲ ਪ੍ਰੋਪੈਨੋਏਟ ਜਿਹੜਾ ਹੈ ਉਹ ਹੈ CH3COO C3H7, ਇਹਨੂੰ ਆਪਾਂ ਮੰਨ ਲਾਂਗੇ ਕੰਪੋਨੈਂਟ B। ਸੋ ਫਰੋਮ ਦਿਸ ਇਨ ਦਾ ਕੁਐਸਚਨ ਜਿਹੜਾ ਸਾਨੂੰ ਗਿਵਨ ਹੈ ਉਹ ਕੀ ਦਿੱਤਾ ਹੋਇਆ ਕਿ A ਕੰਪੋਨੈਂਟ ਦਾ ਮਾਸ ਦਿੱਤਾ 25 ਗ੍ਰਾਮ, B ਕੰਪੋਨੈਂਟ ਦਾ ਮਾਸ ਦਿੱਤਾ 50 ਗ੍ਰਾਮ। ਔਰ ਫਾਰਮੂਲਾਸ ਤੋਂ ਸਾਨੂੰ ਉਹਨਾਂ ਦਾ ਮੋਲਰ ਮਾਸ ਵੀ ਪਤਾ ਚੱਲ ਜਾਏਗਾ। A ਕੰਪੋਨੈਂਟ ਦਾ ਮੋਲਰ ਮਾਸ ਅਗਰ ਅਸੀਂ ਸਾਰਾ ਅਟੋਮਿਕ ਮਾਸਸ ਨੂੰ ਸਮ ਕਰਕੇ ਦੇਖੀਏ, ਇਟ ਬਿਕਮਸ 88 ਐਂਡ B ਕੰਪੋਨੈਂਟ ਦਾ ਜੋ ਮੋਲਰ ਮਾਸ ਹੈ ਉਹ 120 ਆਏਗਾ। ਦੈਨ ਗਿਵਨ ਮਾਸ ਵੀ ਹੈ ਸਾਡੇ ਕੋਲ, ਮੋਲੀਕੂਲਰ ਮਾਸ ਵੀ ਹੈ, ਤਾਂ ਅਸੀਂ ਕੀ ਕੱਢ ਲਾਂਗੇ, ਨੰਬਰ ਆਫ ਮੋਲਸ ਆਫ A ਕੰਪੋਨੈਂਟ। ਨੰਬਰ ਆਫ ਮੋਲਸ ਆਫ A ਕੰਪੋਨੈਂਟ ਹੋਣਗੇ ਗਿਵਨ ਮਾਸ ਅਪੋਨ ਮੋਲੀਕੂਲਰ ਮਾਸ, ਸੋ ਇਟ ਬਿਕਮਸ 0.284। Then number of moles of B component again with the same 50 upon 120 given mass upon molecular mass 0.490. Then we can find the mole fraction of XA, ਜਿਹਦਾ ਕਿ formula ਕੀ ਹੁੰਦਾ ਹੈ, number of moles of A component upon the total number of moles of the solution or the both the components. So 0.8284 upon 0.284 plus 0.490. This is the mole fraction comes to be of XA, A component. So A component ਦੀ ਮੋਲ ਫ੍ਰੈਕਸ਼ਨ ਸਾਨੂੰ ਪਤਾ ਚੱਲ ਗਈ ਹੈ। ਦੂਸਰੇ ਕੰਪੋਨੈਂਟ ਦੀ ਮੋਲ ਫ੍ਰੈਕਸ਼ਨ ਨੂੰ ਵੀ ਅਸੀਂ ਸੇਮ ਫਾਰਮੂਲਾ ਲਗਾ ਕੇ ਹੀ ਕਰ ਸਕਦੇ ਹਾਂ। ਜਿਵੇਂ ਅਸੀਂ ਦੂਜੇ ਕੰਪੋਨੈਂਟ ਦੀ ਮੋਲ ਫ੍ਰੈਕਸ਼ਨ ਪਤਾ ਕਰਨੀ ਹੈ ਤਾਂ ਅਸੀਂ ਉੱਪਰ ਉਹ ਵਾਲੇ ਕੰਪੋਨੈਂਟ ਦੇ ਨੰਬਰ ਆਫ ਮੋਲਸ ਪਾ ਦਾਂਗੇ, ਨੀਚੇ ਟੋਟਲ ਨੰਬਰ ਆਫ ਮੋਲ ਸੇਮ ਰੱਖ ਲਾਂਗੇ। ਇੱਕ ਤਾਂ ਇਹ ਤਰੀਕਾ ਹੈ ਜਿਹਦੇ ਨਾਲ ਆਪਾਂ ਸੈਕਿੰਡ ਦੀ ਮੋਲ ਫ੍ਰੈਕਸ਼ਨ ਪਤਾ ਕਰ ਸਕਦੇ ਹਾਂ। ਜਾਂ ਇਸ ਤੋਂ ਇਲਾਵਾ ਅਸੀਂ ਦੂਸਰਾ ਤਰੀਕਾ ਹੋਰ ਕਿਹੜਾ ਜਿਹੜਾ ਹੈ ਜਿਹਦੇ ਨਾਲ ਅਸੀਂ ਮੋਲ ਫ੍ਰੈਕਸ਼ਨ ਪਤਾ ਕਰ ਸਕਦੇ ਹਾਂ, ਐਜ਼ ਜਿਵੇਂ ਸਾਨੂੰ ਕੁਐਸਚਨ 'ਚ ਪਤਾ ਹੀ ਹੈ ਕਿ ਸਾਡਾ ਜਿਹੜਾ ਸੋਲਿਊਸ਼ਨ ਹੈ ਜਾਂ ਮਿਕਸਚਰ ਹੈ ਉਹ ਕੀ ਹੈ, ਬਾਈਨਰੀ ਹੈ। ਮੀਨ ਟੂ ਸੇ ਇਹਦੇ 'ਚ 2 ਕੰਪੋਨੈਂਟ ਹੈ। ਸੋ ਅਗਰ ਕਿਸੇ ਬਾਈਨਰੀ ਸੋਲਿਊਸ਼ਨ ਦੀ ਗੱਲ ਅਸੀਂ ਕਰਦੇ ਹਾਂ ਤਾਂ ਉਹਦੀ ਮੋਲ ਫ੍ਰੈਕਸ਼ਨਸ ਦਾ ਸਮ ਕਿਹਦੇ ਇਕੁਅਲ ਹੁੰਦਾ, 1 ਦੇ ਇਕੁਅਲ। ਦ ਸਮ ਆਫ ਮੋਲ ਫ੍ਰੈਕਸ਼ਨ ਆਫ 2 ਕੰਪੋਨੈਂਟ ਇਜ਼ ਇਕੁਅਲ ਟੂ 1। ਸੋ ਅਗਰ ਸਾਨੂੰ ਇੱਕ ਦੀ ਮੋਲ ਫ੍ਰੈਕਸ਼ਨ ਪਤਾ ਚੱਲ ਜਾਂਦੀ ਹੈ ਤਾਂ ਅਸੀਂ ਦੂਸਰੇ ਦੀ ਮੋਲ ਫ੍ਰੈਕਸ਼ਨ ਕਿਵੇਂ ਫਾਈਂਡ ਕਰ ਸਕਦੇ ਹਾਂ, 1 ਚੋਂ ਸਬਸਟਰੈਕਟ ਕਰਕੇ। ਤਾਂ ਇੱਕ ਇਹ ਸਿੰਪਲ ਤਰੀਕਾ ਹੈ, ਅਗਰ ਤੁਸੀਂ ਇੱਕ ਕੰਪੋਨੈਂਟ ਦੀ ਮੋਲ ਫ੍ਰੈਕਸ਼ਨ ਫਾਈਂਡ ਕਰ ਲਈ ਹੈ ਤਾਂ ਤੁਸੀਂ ਦੂਸਰੇ ਦੀ ਜਿਹੜੀ ਹੈ 1 ਮਾਈਨਸ ਕਰਕੇ ਫਾਈਂਡ ਕਰ ਸਕਦੇ ਹੋ। ਦੈਨ ਉਸ ਤੋਂ ਬਾਅਦ ਰੋਲਟਸ ਲਾ ਦੇ ਅਕੋਰਡਿੰਗਲੀ ਸਾਡੇ ਕੋਲ ਹੈ ਕਿ ਅਗਰ ਅਸੀਂ A ਕੰਪੋਨੈਂਟ ਦਾ ਵੇਪਰ ਪ੍ਰੈਸ਼ਰ ਦੇਖਣਾ ਹੈ ਸੋਲਿਊਸ਼ਨ ਦੇ ਵਿੱਚ ਕੀ ਹੈ, ਤਾਂ ਫਾਰਮੂਲਾ P ਨੋਡ A ਇੰਟੂ XA ਹੁੰਦਾ ਹੈ। P ਦਾ ਦੇਖਣਾ ਹੈ ਤਾਂ P ਨੋਡ B ਇੰਟੂ XB ਹੁੰਦਾ ਹੈ। ਸੋ ਦੀਜ਼ ਆਰ ਦਾ ਟਰਮਸ। PA ਜਿਹੜਾ ਹੈ ਵੇਪਰ ਪ੍ਰੈਸ਼ਰ A ਦਾ ਹੈ ਜਦੋਂ ਸੋਲਿਊਸ਼ਨ 'ਚ ਹੈ, PB ਵੇਪਰ ਪ੍ਰੈਸ਼ਰ B ਕੰਪੋਨੈਂਟ ਦਾ ਜਦੋਂ ਉਹ ਸੋਲਿਊਸ਼ਨ 'ਚ ਹੈ। ਪਰ ਜਦੋਂ ਨੋਡ ਲੱਗਿਆ ਹੋਇਆ ਤਾਂ ਅਸੀਂ ਉਹ ਕਹਾਂਗੇ ਕਿ ਜਦੋਂ ਉਹ ਇਕੱਲੇ ਹੈ, ਪਿਓਰ ਫਾਰਮ 'ਚ ਹੈ, ਤਾਂ ਉਹਨਾਂ ਦੇ ਉਹ ਰਿਸਪੈਕਟਿਵ ਵੇਪਰ ਪ੍ਰੈਸ਼ਰਸ ਹੈ। XA ਅਤੇ XB ਇਹਨਾਂ ਦੇ ਮੋਲ ਫ੍ਰੈਕਸ਼ਨਸ ਰਿਸਪੈਕਟਿਵਲੀ। ਸੋ ਟੋਟਲ ਵੇਪਰ ਪ੍ਰੈਸ਼ਰ ਕੀ ਹੋਏਗਾ, the vapor pressure of component A in the solution
ਐਂਡ ਦਾ ਵੇਪਰ ਪ੍ਰੈਸ਼ਰ ਆਫ ਕੰਪੋਨੈਂਟ ਬੀ ਇਨ ਦਾ ਸੋਲਿਊਸ਼ਨ, ਦੋਨਾਂ ਦਾ ਸਮ ਕਰਕੇ ਸਾਡਾ ਕੀ ਆ ਜਾਏਗਾ, ਦਿਸ ਇਜ਼ ਟੋਟਲ ਵੇਪਰ ਪ੍ਰੈਸ਼ਰ ਆਫ ਦਾ ਸੋਲਿਊਸ਼ਨ। ਸੋ PA plus PB। ਸੋ PA ਅਸੀਂ ਅਕੋਰਡਿੰਗ ਟੂ ਰੋਲਸ ਲਾ ਦੇਖਿਆ ਸੀ ਕਿ P ਨੋਡ A ਇੰਟੂ XA ਹੁੰਦਾ ਹੈ, ਦਿਸ ਇਜ਼ P ਨੋਡ B ਇੰਟੂ XB ਹੁੰਦਾ ਹੈ। ਤਾਂ ਅਸੀਂ ਇਹਦੀ ਜਗ੍ਹਾ 'ਤੇ ਇਹ ਫਾਰਮੂਲੇਜ਼ ਫਿਲ ਕਰ ਦਾਂਗੇ ਐਂਡ ਇਹ ਵੈਲਿਊ ਸਾਨੂੰ ਪਤਾ ਹੈ। P ਨੋਡ A ਸਾਨੂੰ ਕੁਐਸਚਨ 'ਚ ਦਿੱਤਾ ਹੋਇਆ ਸੀ 72.8 ਟੋਰ, P ਨੋਡ B ਵੀ ਸਾਨੂੰ ਕੁਐਸਚਨ 'ਚ ਦਿੱਤਾ ਹੋਇਆ ਸੀ ਪਿਓਰ ਦਾ 27.7 ਟੋਰ। ਸੋ ਅਸੀਂ ਵੈਲਿਊਜ਼ ਇੱਥੇ ਜਿਹੜੀਆਂ P ਨੋਡ A ਦੀ ਵੈਲਿਊ ਅਤੇ P ਨੋਡ B ਦੀ ਵੈਲਿਊ ਇੱਥੇ ਫਿਲ ਕਰ ਦਿੱਤੀ ਹੈ ਔਰ XA ਅਤੇ XB ਅਸੀਂ ਹੁਣੇ ਫਾਈਂਡ ਕੀਤਾ ਹੈ, ਉਹਦੀਆਂ ਵੈਲਿਊਜ਼ ਫਿਲ ਕਰਕੇ ਅਸੀਂ ਟੋਟਲ ਵੇਪਰ ਪ੍ਰੈਸ਼ਰ ਜੋ ਹੈ ਸੋਲਿਊਸ਼ਨ ਦਾ ਫਾਈਂਡ ਕਰ ਸਕਦੇ ਹਾਂ। ਸੋ ਬੇਟਾ ਜੀ ਜਿੰਨੇ ਵੀ ਨੂਮੈਰੀਕਲ ਤੁਹਾਨੂੰ ਹੋਰ ਵੀ ਇਹਦੇ ਨਾਲ ਦੇ ਦਿੱਤੇ ਜਾਂਦੇ ਆ ਰੋਲਸ ਲਾ ਦੇ, ਸੇਮ ਤਰੀਕੇ ਦੇ ਨਾਲ ਹੀ ਤੁਸੀਂ ਕਰਨੇ ਆ, ਵੈਰੀ ਸਿੰਪਲ ਔਰ ਬਿਲਕੁਲ ਵਧੀਆ ਢੰਗ ਦੇ ਨਾਲ ਤੁਸੀਂ ਇਹਨੂੰ ਜਿਹੜਾ ਹੈਗਾ ਨੂਮੈਰੀਕਲਸ ਨੂੰ ਕਰ ਸਕਦੇ ਹੋ। ਥੈਂਕ ਯੂ।